बहुत अफसोस है कि एक महान कलाकार इस दुनिया तो इस तरीके दे नाल गया। लंबी बीमारी ਚੱਲਣ ਤੋਂ ਬਾਅਦ ਕੌਮਾ 'ਚ ਚਲੇ ਗਏ। ਮਤਲਬ ਮੈਂ ਕਹਿੰਦਾ ਕਿ ਸੰਗੀਤ ਦੀ ਦੁਨੀਆ ਦਾ ਉਹ ਸਿਤਾਰਾ ਜੋ ਡਿਜ਼ਰਵ ਕੁਛ ਹੋਰ ਕਰਦਾ ਸੀ ਉਹਨੂੰ ਮਿਲਿਆ ਹੀ ਨਹੀਂ, ਜਿਹਨੂੰ ਗੁਰਦਾਸ ਮਾਨ ਸਾਹਿਬ ਵੀ ਜਾ ਕੇ ਪੈਰੀ ਹੱਥ ਲਾਉਂਦੇ ਰਹੇ। ਨਿਊਯਾਰਕ ਦੇ ਵਿੱਚ 92 'ਚ ਕਿ 95 'ਚ ਉਹਨਾਂ ਨੇ ਇੱਕ ਸ਼ੋਅ ਕੀਤਾ ਔਰ ਇਕੱਲੇ ਗੋਰੇ ਸੀਗੇ ਉੱਥੇ, ਓਨਲੀ ਸਿਰਫ ਗੋਰਿਆਂ ਦੇ ਵਿੱਚ। ਇੱਕ ਕੋਈ ਮਲਟੀ ਕਲਚਰਲ ਪ੍ਰੋਗਰਾਮ ਕੀਤਾ 91-92 'ਚ। ਉਹ ਕਹਿੰਦੇ ਥੋੜ੍ਹੇ ਬਹੁਤ ਪੰਜਾਬੀ ਸੀ, ਬਾਕੀ ਸਾਰੇ ਗੋਰੇ ਸੀਗੇ। ਔਰ ਜਦੋਂ ਉਹਨਾਂ ਦੇ ਗੀਤ ਵੱਜਦੇ ਸੀਗੇ ਤੇ ਗੋਰੇ ਤੱਕ ਨੱਚਣ ਲਾ ਦਿੰਦੇ ਸੀ। ਇਹ ਜਿਨ੍ਹਾਂ ਨੇ 10-12 ਸਾਲ ਜਿਹੜੇ 90 ਤੋਂ ਲੈ ਕੇ 2002-3-4 ਤੱਕ ਦਾ ਦੌਰ ਰਿਹਾ, ਪੰਜਾਬੀ ਮਿਊਜ਼ਿਕ ਨੂੰ ਬਦਲਤਾ ਉਹਨਾਂ ਲੋਕਾਂ ਨੇ। ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ, ਉਹ ਰਾਹੇ ਰਾਹੇ ਜਾਣ ਵਾਲੀਏ। ਔਰ ਮੈਨੂੰ ਇੱਕ ਇਹ ਦੁੱਖ ਹੈ, ਮੈਂ ਜਦੋਂ ਅਸੀਂ ਸ਼ੋਅ ਕਰਨਾ ਸੀ ਨਾ, ਮੈਂ ਸਕਰੋਲ ਕਰ ਰਿਹਾ ਸੀ ਕਿ ਉਹਨਾਂ ਨੂੰ ਸ਼ਰਧਾਂਜਲੀ ਕਿਹਨੇ ਕਿਹਨੇ ਦਿੱਤੀ ਹੈ। ਬੜੇ ਵੱਡੇ ਨਾਂ ਨੇ ਪੰਜਾਬੀ ਇੰਡਸਟਰੀ ਦੇ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਤੱਕ ਨਹੀਂ ਕੀਤਾ। ਇਹ ਦੁੱਖ ਦੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਸਿਆਸਤ ਲਾਈਵ ਦੇਖ ਰਹੇ ਹੋ ਤੇ ਮੈਂ ਹਾਂ ਰਾਓ ਵਰਿੰਦਰ ਸਿੰਘ। ਮਈ ਮਹੀਨੇ ਦੇ ਵਿੱਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਤੇ ਅੱਜ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਮਿਊਜ਼ਿਕ ਇੰਡਸਟਰੀ ਦੇ ਲਈ, ਖਾਸ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ, ਕਿ ਬਲਵਿੰਦਰ ਸਫਰੀ ਸਾਹਿਬ ਦੀ ਜਿਹੜੀ ਆ ਉਹ ਅਚਨਚੇਤ ਮੌਤ ਹੋ ਗਈ ਹੈ। ਬਹੁਤ ਸਾਰੇ ਉਹਨਾਂ ਦੇ ਫੈਨ ਨੇ ਜਿਹੜੇ ਅੱਜ ਤੱਕ ਵੀ ਬਲਵਿੰਦਰ ਸਫਰੀ ਹੋਰਾਂ ਦੇ ਗੀਤ ਸੁਣਦੇ ਆ ਰਹੇ ਨੇ। ਤੇ ਇਸ ਬਾਬਤ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਨਾਲ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਇਸ ਵਕਤ ਮੌਜੂਦ ਨੇ। ਤੇ ਕੋਈ ਵੇਲਾ ਸੀ ਜਦੋਂ ਮੱਕੜ ਸਾਹਿਬ ਤੁਸੀਂ ਵੀ ਸਫਰੀ ਸਾਹਿਬ ਦੇ ਗਾਣੇ, ਜਿੱਦਾਂ ਤੁਸੀਂ ਅਕਸਰ ਦੱਸਦੇ ਰਹਿੰਦੇ ਹੋ, ਬਹੁਤ ਸੁਣਦੇ ਰਹੇ ਹੋ ਆਪਣੀ, ਜੇ ਕਹਿ ਲਈਏ ਕਿ ਉਹ ਖਾਸ ਉਮਰ ਦੇ ਵਿੱਚ, ਪਰ ਅੱਜ ਚਲੇ ਗਏ। ਰਾਓ ਜੀ, ਹੁਣ ਤੱਕ ਬਹੁਤ ਅਫਸੋਸ ਹੈ ਕਿ ਇੱਕ ਮਹਾਨ ਕਲਾਕਾਰ ਇਸ ਦੁਨੀਆ ਤੋਂ ਇਸ ਤਰੀਕੇ ਦੇ ਨਾਲ ਗਿਆ। ਲੰਮੀ ਬਿਮਾਰੀ ਚੱਲਣ ਤੋਂ ਬਾਅਦ ਕੌਮਾ 'ਚ ਚਲੇ ਗਏ, ਫਿਰ ਕੌਮਾ ਤੋਂ ਬਾਹਰ ਵੀ ਆਏ ਕੁਛ ਦਿਨ, ਕਹਿੰਦੇ ਹਲਕਾ ਬੋਲੇ ਵੀ, ਔਰ ਫਿਰ ਆਖਰ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਪਰ ਮੈਂ ਇਹ ਸਮਝਦਾ ਕਿ ਪੰਜਾਬ ਦੇ ਉਹ ਕਲਾਕਾਰ ਜਿਹੜੇ ਅੱਜ ਚੋਟੀ 'ਤੇ ਨੇ, ਸਿਖਰਾਂ ਦੇ ਉੱਤੇ ਨੇ, ਜਿਹੜੇ ਇਹ ਨਿੱਘ ਮਾਣ ਰਹੇ ਆ ਕਿ ਅਸੀਂ ਅੱਜ ਟੌਪ ਆ, ਜਾਂ ਜਿਨ੍ਹਾਂ ਦਾ ਨਾਮ ਤੂਤੀ ਬੋਲਦੀ ਪਈ ਹੈ, ਆਖਰੀ ਤਸਵੀਰ ਸਫਰੀ ਸਾਹਿਬ ਦੀ ਉਹ ਜ਼ਰੂਰ ਦੇਖਣ ਇੱਕ ਵਾਰੀ। ਮੇਰੇ ਯਾਦ ਹੈ, ਮੈਂ ਅਕਸਰ ਅਸੀਂ ਕਈ ਵਾਰੀ ਇਹ ਗੱਲਾਂ ਕਰਦੇ ਹੁੰਦੇ ਸੀ, ਮੈਂ ਸਫਰੀ ਸਾਹਿਬ 'ਤੇ ਵੀ ਆਉਣਾ, ਪਰ ਕੁਲਦੀਪ ਮਾਣਕ ਸਾਹਿਬ ਦਾ ਜਿਸ ਕਦਰ ਅੰਤ ਹੋਇਆ, ਹਾਕਮ ਸੂਫੀ ਸਾਹਿਬ ਐਡੇ ਵੱਡਾ ਨਾਮ, ਮਤਲਬ ਮੈਂ ਕਹਿੰਦਾ ਕਿ ਸੰਗੀਤ ਦੀ ਦੁਨੀਆ ਦਾ ਉਹ ਸਿਤਾਰਾ ਜੋ ਡਿਜ਼ਰਵ ਕੁਛ ਹੋਰ ਕਰਦਾ ਸੀ ਉਹਨੂੰ ਮਿਲਿਆ ਹੀ ਨਹੀਂ, ਜਿਹਨੂੰ ਗੁਰਦਾਸ ਮਾਨ ਸਾਹਿਬ ਵੀ ਜਾ ਕੇ ਪੈਰੀ ਹੱਥ ਲਾਉਂਦੇ ਰਹੇ। ਉਸ ਤਰ੍ਹਾਂ ਦੀਆਂ ਸ਼ਖਸੀਅਤਾਂ, ਪਰ ਚਲੋ ਹਾਕਮ ਸੂਫੀ ਸਾਹਿਬ ਨੇ ਤਾਂ ਉਸ ਪੱਧਰ ਸਟਾਰਡਮ ਨਹੀਂ ਸੀ ਦੇਖਿਆ। ਮਾਣਕ ਸਾਹਿਬ ਵਰਗਿਆਂ ਨੇ ਸਟਾਰਡਮ ਦੇਖਿਆ ਸੀ, ਸਫਰੀ ਸਾਹਿਬ ਵਰਗਿਆਂ ਨੇ ਸਟਾਰਡਮ ਦੇਖਿਆ, ਔਰ ਜੀਵਨ ਦਾ ਅੰਤ ਗੁਮਨਾਮੀ ਦਾ ਔਰ ਇਸ ਕਦਰ ਹੋਵੇ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਉਹੋ ਜਿਹੀ ਦਿੱਕਤ ਰਹੀ, ਪਰ ਜਦੋਂ ਤੁਸੀਂ ਇੱਕ ਦੌਰ ਦੇ ਵਿੱਚ ਇੰਨੇ ਮਕਬੂਲ ਹੋਵੋ, 90s ਦਾ ਉਹ ਦੌਰ ਰਿਹਾ ਜਦੋਂ ਬਲਵਿੰਦਰ ਸਫਰੀ ਸਾਹਿਬ ਗੋਰਿਆਂ, ਮਤਲਬ ਮੈਂ ਇੱਕ ਸੁਣ ਰਿਹਾ ਸੀਗਾ ਸਵਰਨ ਟਹਿਣਾ ਸਾਹਿਬ ਦੇ ਨਾਲ ਉਹਨਾਂ ਦਾ ਇੰਟਰਵਿਊ, ਔਰ ਉਹਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਚੱਜ ਦਾ ਵਿਚਾਰ ਦੇ ਵਿੱਚ ਕਿ ਨਿਊਯਾਰਕ ਦੇ ਵਿੱਚ 92 'ਚ ਕਿ 95 'ਚ ਉਹਨਾਂ ਨੇ ਇੱਕ ਸ਼ੋਅ ਕੀਤਾ ਔਰ ਇਕੱਲੇ ਗੋਰੇ ਸੀਗੇ ਉੱਥੇ, ਓਨਲੀ ਸਿਰਫ ਗੋਰਿਆਂ ਦੇ ਵਿੱਚ। ਇੱਕ ਕੋਈ ਮਲਟੀ ਕਲਚਰਲ ਪ੍ਰੋਗਰਾਮ ਕੀਤਾ 91-92 'ਚ। ਉਹ ਕਹਿੰਦੇ ਥੋੜ੍ਹੇ ਬਹੁਤ ਪੰਜਾਬੀ ਸੀ, ਬਾਕੀ ਸਾਰੇ ਗੋਰੇ ਸੀਗੇ। ਔਰ ਜਦੋਂ ਉਹਨਾਂ ਦੇ ਗੀਤ ਵੱਜਦੇ ਸੀਗੇ ਤੇ ਗੋਰੇ ਤੱਕ ਨੱਚਣ ਲਾ ਦਿੰਦੇ ਸੀ। ਇਹ ਪੰਜਾਬੀ ਮਿਊਜ਼ਿਕ ਨੂੰ ਜੇ ਸਿਖਰਾਂ 'ਤੇ ਕੋਈ ਲੈ ਕੇ ਗਿਆ, ਅੱਜ ਅਸੀਂ ਨੋ ਡਾਊਟ ਬਹੁਤ ਮਹਾਨ ਕਲਾਕਾਰ ਪੰਜਾਬ ਦੇ ਨੇ, ਜੋ ਤੁਸੀਂ ਦੇਖੋ ਕਿ ਅੱਜ ਦੇ ਦੌਰ ਦੇ ਵਿੱਚ ਬੱਬੂ ਮਾਨ ਸਾਹਿਬ ਨੇ, ਸਿੱਧੂ ਮੂਸੇਵਾਲਾ ਨੇ, ਕਰਨ ਔਜਲਾ, ਹੋਰ ਬੜੇ ਬੜੇ ਬੰਦੇ ਪੰਜਾਬੀ ਮਿਊਜ਼ਿਕ ਨੂੰ ਉੱਤੇ ਲੈ ਕੇ ਗਏ ਨੇ ਇੰਟਰਨੈਸ਼ਨਲ ਪੱਧਰ 'ਤੇ। ਰੈਪ ਦੀ ਦੁਨੀਆ ਚਾਹੇ ਕ੍ਰਿਟਿਸਿਜ਼ਮ ਕਰੋ ਤੁਸੀਂ, ਬਾਦਸ਼ਾਹ, ਹਨੀ ਸਿੰਘ, ਜਾਂ ਪਾਕਿਸਤਾਨ ਤੋਂ
ਤੁਸੀਂ ਦੇਖੋ ਬੋਹੇਮੀਆ ਕਿੰਨੇ ਵੱਡੇ ਰੈਪਰ ਸੀ, ਉਹ ਪੰਜਾਬੀ ਭਾਸ਼ਾ ਨੂੰ ਦੁਨੀਆ 'ਚ ਲੈ ਕੇ ਗਏ। ਪਰ ਬਲਵਿੰਦਰ ਸਫਰੀ ਸਾਹਿਬ ਹੋਣੇ ਉਹ ਸ਼ਖਸ ਸੀਗੇ ਜਿਨ੍ਹਾਂ ਨੇ 10-12 ਸਾਲ ਜਿਹੜੇ 90 ਤੋਂ ਲੈ ਕੇ 2002 3 4 ਤੱਕ ਦਾ ਦੌਰ ਰਿਹਾ, ਪੰਜਾਬੀ ਮਿਊਜ਼ਿਕ ਨੂੰ ਬਦਲਤਾ ਉਹਨਾਂ ਲੋਕਾਂ ਨੇ। ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ, ਉਹ ਰਾਹੇ ਰਾਹੇ ਜਾਣ ਵਾਲੀਏ ਬੀਟ, ਮਤਲਬ ਇੱਕ ਪਾਸੇ ਕੁਝ ਹੋਰ ਦੌਰ ਦਾ 뮤직 ਹੁੰਦਾ ਸੀ, ਪਰ ਤੇ ਤੁਸੀਂ ਉਹਨਾਂ ਦੀ ਦੇਖੋ beat ਅਲੱਗ। ਸ਼ਬਦ ਨਹੀਂ, ਤੁਸੀਂ ਜੇ ਗੀਤ ਸੁਣੋ, ਮਿਊਜ਼ਿਕ ਜ਼ਰੂਰ ਬਦਲਿਆ, ਪਰ ਤੁਹਾਨੂੰ ਕਿਤੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਹੋਗਾ। ਅੱਜ ਵੀ ਤੁਸੀਂ ਉਹ ਗੀਤ ਚੱਕੋ ਤੇ ਆਪਦੀ ਫੈਮਿਲੀ ਨਾਲ ਜੇ ਤੁਸੀਂ ਟਰੈਵਲ ਕਰ ਰਹੇ ਹੋ, ਸੁਣੋ ਉਹ ਗੀਤ, ਤੁਸੀਂ ਸੁਣ ਸਕਦੇ ਹੋ। ਦੇਖੋ ਤੁਹਾਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਤੇ ਵੀ ਕਿ ਸਮਝ ਨਹੀਂ ਆਉਂਦੇ। ਜਾਂ ਮੈਂ ਤਾਂ ਖੈਰ ਇਸ ਗੱਲ 'ਚ ਇਵੋਲਵ ਹੋਇਆ। ਮੈਂ ਪਿਛਲੇ 5-7 ਸਾਲਾਂ 'ਚ ਇਸ ਗੱਲ 'ਚ ਆਪਦੇ ਆਪ ਨੂੰ ਦੇਖਿਆ, ਮੈਂ ਇਸ ਗੱਲੋਂ ਇਵੋਲਵ ਹੋਇਆ। ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਗਾਓ ਹੁਣ, ਇਹ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਕਿ ਇਹ ਲੱਚਰ ਗੀਤ ਹੁੰਦਾ ਹੈ, ਚੰਗਾ ਗੀਤ ਹੁੰਦਾ ਹੈ, ਮਾੜਾ ਗੀਤ ਹੁੰਦਾ ਹੈ। ਤੁਸੀਂ ਵਿਊਅਰ ਦੀ ਚੋਇਸ ਤੇ ਛੱਡ ਦਿਓ ਉਹਨੇ ਕੀ ਸੁਣਨਾ ਕੀ ਨਹੀਂ ਸੁਣਨਾ। ਬੜੀ ਸਿੰਪਲ ਜੀ ਗੱਲ ਹੋ ਗਈ ਹੈ। ਇਹ ਡਿਬੇਟ ਇੱਥੇ ਮੁੱਕਣੀ ਚਾਹੀਦੀ ਹੈ ਜੀ। ਪਰ ਜਦੋਂ ਤੁਹਾਡਾ ਇੱਕ ਐਸੀ ਸਟਾਰਡਮ ਦਾ ਅੰਤ ਇਸ ਤਰੀਕੇ ਹੁੰਦਾ ਔਰ ਉਹ ਤਸਵੀਰਾਂ ਦੇਖ ਕੇ ਦਿਲ 'ਚ ਇਹ ਮਹਿਸੂਸ ਹੁੰਦਾ ਹੈ ਕਿ ਇੱਕ ਵਾਰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਸਮਾਂ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਉਹ ਕਦੇ ਵੀ ਬਦਲ ਸਕਦਾ। ਇਹ ਸਵਾਲ ਉਸ ਸ਼ੋਅ ਦੇ ਵਿੱਚ ਵੀ ਉਹ ਕਰ ਰਹੇ ਕਿ ਗੁੰਮਨਾਮੀ ਦਾ ਸਫ਼ਰ ਕਿਵੇਂ ਹੋ ਗਿਆ, ਤੇ ਉਹ ਕਹਿੰਦੇ ਆ ਕਿ ਸ਼ਾਇਦ ਮੈਂ ਆਪਦਾ ਮਿਊਜ਼ਿਕ ਨਹੀਂ ਚੇਂਜ ਕੀਤਾ, ਸਮੇਂ ਦੇ ਨਾਲ ਬਦਲਿਆ ਨਹੀਂ, ਨਵੇਂ ਨੌਜਵਾਨ। ਪਰ ਉਹ ਕਹਿੰਦੇ ਕਿ ਮੈਂ ਜੋ ਸਟਾਰਡਮ ਅਸੀਂ ਦੇਖਿਆ ਸ਼ਾਇਦ ਹੁਣ ਵਾਲੇ ਨਹੀਂ ਦੇਖਦੇ। ਹੁਣ ਦਾ ਸਟਾਰਡਮ ਮੈਨੂੰ ਲੱਗਦਾ ਸ਼ਾਰਟ ਟਰਮ ਵੀ ਹੈ, ਥੋੜੇ ਸਮੇਂ ਦਾ। ਕਈ ਮੁੰਡੇ ਦੇਖੇ ਨਾ ਆਉਂਦੇ ਆ ਇੱਕਦਮ ਬਹੁਤ ਸੁਪਰ ਹਿੱਟ ਹੋਏ ਤੇ ਫਿਰ ਸ਼ਾਇਦ 2-4 ਗੀਤਾਂ ਬਾਅਦ ਉਹ ਬੜੇ ਨੇ। ਇੱਕ ਗੀਤ ਆਉਂਦਾ, ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਚਲੋ ਫਿਰ ਉਹ ਬਾਅਦ 'ਚ ਕੰਟਰੋਵਰਸੀ ਵਾਲੀ ਗੱਲ ਪਾਸੇ ਹੋ ਜਾਂਦੀ ਹੈ। ਇੱਕ ਗੀਤ ਆਇਆ ਸੀਗਾ ਮੈਨੂੰ ਬੜਾ ਪਸੰਦੀਦਾ ਮੇਰਾ ਹੋਇਆ, ਉਹ ਬਹੁਤ ਸੁਣਿਆ, ਤੇ 2-3 ਗੀਤਾਂ ਬਾਅਦ ਉਹ ਗਾਇਕ ਕਿਤੇ ਦਿਸਿਆ ਹੀ ਨਹੀਂ, ਉਹਦੇ ਗੀਤ ਹੁਣ ਚੱਲਦੇ ਹੀ ਨਹੀਂ। ਕਈ ਮੁੰਡੇ ਐਸੇ ਨੇ। ਸੋ ਇਹ ਇੱਕ ਗੀਤ ਚੱਲਣਾ, 2 ਗੀਤ ਚੱਲਣੇ, ਔਰ ਉਦੋਂ ਟੇਪਾਂ ਦਾ ਜ਼ਮਾਨਾ ਸੀ, ਇਹ ਵੀ ਯਾਦ ਰੱਖਣਾ ਚਾਹੀਦਾ ਹੈ। ਉਦੋਂ ਸਟਰਗਲ ਦਾ ਦੌਰ ਸੀਗਾ। ਉਦੋਂ ਹੁਣ ਐ ਨਹੀਂ ਸੀਗਾ ਕਿ ਗਾਣਾ ਰਿਕਾਰਡ ਕੀਤਾ 10-15 ਹਜ਼ਾਰ 'ਚ, YouTube ਤਾਂ ਸੀਗਾ ਨਹੀਂ ਨਾ ਕਿ ਚਾੜਤਾ ਤੇ ਜੇ ਲੋਕਾਂ ਨੂੰ ਚੰਗਾ ਲੱਗਿਆ ਤੁਸੀਂ ਹਿੱਟ ਹੋ ਗਏ। ਪ੍ਰੋਪਰ ਰਿਲੀਜ਼ ਕਰਾਉਣਾ ਪੈਂਦਾ ਸੀਗਾ, ਬਹੁਤ ਔਖਾ ਸੀ। ਮੁਸ਼ਕਿਲ ਔਰ ਉਹਨਾਂ ਦੌਰਾਂ ਦੇ ਵਿੱਚ ਪੰਜਾਬੀ ਮਿਊਜ਼ਿਕ ਨੂੰ ਜਿਸ ਪੱਧਰ ਤੇ ਬੰਦੇ ਲੈ ਕੇ ਗਏ, ਬੜੇ ਐਸੇ ਨਾਂ ਨੇ ਸਫਰੀ ਸਾਹਿਬ। ਔਰ ਮੈਨੂੰ ਇੱਕ ਇਹ ਦੁੱਖ ਹੈ, ਮੈਂ ਜਦੋਂ ਅਸੀਂ ਸ਼ੋਅ ਕਰਨਾ ਸੀ ਨਾ, ਮੈਂ ਸਕਰੋਲ ਕਰ ਰਿਹਾ ਸੀ ਕਿ ਉਹਨਾਂ ਨੂੰ ਸ਼ਰਧਾਂਜਲੀ ਕਿਹਨੇ ਦਿੱਤੀ ਹੈ। ਬੜੇ ਵੱਡੇ ਨਾਂ ਨੇ ਪੰਜਾਬੀ ਇੰਡਸਟਰੀ ਦੇ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਤੱਕ ਨਹੀਂ ਕੀਤਾ। ਇਹ ਦੁੱਖ ਦੀ ਗੱਲ ਹੈ, ਇਹ ਦੁੱਖ ਦੀ ਗੱਲ ਹੈ। ਇਹ ਇੱਕ ਐਸਾ ਜਿਹਨੂੰ ਕਹਿ ਲਓ ਕਿ ਦਾਗ ਹੈ ਕਿ ਇੱਕ ਦਿਨ ਵੱਡੇ ਨਾਂ ਜਿਹੜੇ ਹੈ, AS ਕੰਗ ਸਾਹਿਬ ਦਾ ਜ਼ਿਕਰ ਅਰੁਣ ਜੀ ਕਰ ਰਹੇ ਸੀ, ਯਾਦ ਕਰੋ, ਅਸੀਂ ਗੱਲ ਕਰ ਰਹੇ ਸੀ। ਬਿਲਕੁਲ ਕਿਆ ਸਟਾਰਡਮ ਦੇਖਿਆ ਉਹ ਬੰਦੇ ਨੇ, AS ਕੰਗ ਨੇ, ਕਿਆ ਗੀਤ ਆਏ ਉਦੋਂ। ਕਿੰਨੇ ਨਾਂ ਐਸੇ ਨੇ ਜਿਹੜੇ ਤੁਸੀਂ ਦੇਖੋ ਕਿ ਹੁਣ ਦੀ ਪੀੜ੍ਹੀ, ਕੁਲਵਿੰਦਰ ਢਿੱਲੋਂ ਦਾ ਮੈਨੂੰ ਨਾਮ ਯਾਦ ਆ ਰਿਹਾ, ਤੁਸੀਂ ਦੇਖੋ ਬੜੀ ਛੋਟੀ ਉਮਰੇ। ਰੋਮੀ ਗਿੱਲ ਦਾ ਮੈਨੂੰ ਨਾਮ ਯਾਦ ਹੈ, ਬੜੀ ਛੋਟੀ ਉਮਰੇ ਚਲੇ ਗਏ। ਤੁਸੀਂ ਦੇਖੋ ਉਹ ਸਟਾਰਸ ਕਿ ਜਿਨ੍ਹਾਂ ਨੇ ਕਮਾਲ ਦੇ ਗੀਤ ਗਾਏ, ਕਮਾਲ ਦਾ ਸਟਾਰਡਮ ਦੇਖਿਆ। ਧਰਮਪ੍ਰੀਤ ਸਾਹਿਬ ਜਿਸ ਤਰੀਕੇ ਨਾਲ ਇਸ ਦੁਨੀਆ ਤੋਂ ਗਏ, ਸਾਨੂੰ ਇੰਡਸਟਰੀ ਨੂੰ ਨਹੀਂ, ਸੋਸਾਇਟੀ ਨੂੰ ਵੀ ਸੋਚਣਾ, ਐਟਲੀਸਟ ਸਾਨੂੰ ਇਹਨਾਂ ਨੂੰ ਯਾਦ ਕਰਨਾ ਚਾਹੀਦਾ। ਇਹਨਾਂ ਦਾ ਇੱਕ ਕੰਟਰੀਬਿਊਸ਼ਨ ਹੈ। ਕੰਟਰੀਬਿਊਸ਼ਨ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਤੁਸੀਂ ਕੁਝ ਦੁਨੀਆ ਤੋਂ ਵੱਖਰਾ ਹੋ ਕੇ ਜਾ ਕੇ ਕੰਧ ਤੇ ਲਿਖੀ ਜਾਓ ਕਿ ਮੇਰਾ ਕੰਟਰੀਬਿਊਸ਼ਨ ਹੈ। ਤੁਸੀਂ ਜੋ ਐਫਰਟਸ ਹਰ ਰੋਜ਼ ਰੋਜ਼ਾਨਾ ਪੁੱਟ ਇਨ ਕਰ ਰਹੇ ਹੋ, ਜੇ ਕਿਸੇ ਕਲਾਕਾਰ ਨੇ ਵਿਦੇਸ਼ ਦੀ ਧਰਤੀ ਤੇ 10 ਸਾਲ ਗੋਰਿਆਂ ਦੇ ਸਾਹਮਣੇ ਗੀਤ ਗਾ ਕੇ ਉਹਨਾਂ ਨੂੰ, ਜੇ 10 ਗੋਰੇ ਵੀ ਅੱਜ ਇਹ ਸਰਚ ਕਰਦੇ ਹੋਣਗੇ ਰਾਹੇ ਰਾਹੇ ਜਾਣ ਵਾਲੀਏ ਲਾ ਕੇ ਤੇ ਮੈਂ ਸੁਣ ਲਾ, ਤੇ ਉਹਨੂੰ ਇਹ ਪਤਾ ਲੱਗੂ ਵੀ ਪੰਜਾਬੀ, ਤੇ ਫਿਰ ਉਹ ਪੰਜਾਬੀ ਤੋਂ ਇਹ ਸਰਚ ਕਰ ਦੂ ਵੀ ਪੰਜਾਬ ਕੀ ਹੈ, ਤੇ ਪੰਜਾਬ ਤੋਂ ਬਾਅਦ ਤੁਹਾਡਾ ਕੌਮੀਅਤ ਤੇ ਤੁਹਾਡੀ ਹਰ ਚੀਜ਼ ਸਾਹਮਣੇ ਆਊਗੀ। ਇਹ ਕੰਟਰੀਬਿਊਸ਼ਨ ਹੈ। ਬਿਲਕੁਲ ਇਹ ਕੰਟਰੀਬਿਊਸ਼ਨ ਹੈ ਬਹੁਤ ਵੱਡੀ। ਐਟਲੀਸਟ ਯਾਦ ਰੱਖੋ ਉਹ ਚੰਗੀਆਂ ਰੂਹਾਂ, ਚੰਗੇ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ ਇੰਡਸਟਰੀ ਦੇ ਵਿੱਚ। ਵੱਡਾ ਤੁਹਾਨੂੰ ਮਿਊਜ਼ਿਕ, ਔਰ UK ਦੇ ਵਿੱਚ ਤਾਂ ਤੁਸੀਂ ਦੇਖੋ ਸੁਖਸ਼ਿੰਦਰ ਸ਼ਿੰਦਾ ਸਾਹਿਬ ਜੀ, UK ਦੇ ਵਿੱਚ ਉਹ ਉਸ ਤਰ੍ਹਾਂ ਦਾ ਮਿਊਜ਼ਿਕ ਉਹਨਾਂ ਨੇ ਬਣਾਇਆ ਔਰ ਦੁਨੀਆ ਦੇ ਵਿੱਚ ਫਿਰ ਉਹ ਮਕਬੂਲ ਹੁੰਦਾ। ਤਾਂ ਬਹੁਤ ਸਾਰੇ ਕਾਕਾ ਭੈਣੀਆਂ ਵਾਲਾ ਇੱਕ ਐਸਾ ਨਾਮ ਸੀਗਾ, ਸ਼ਾਇਦ ਤੁਸੀਂ, ਮੈਨੂੰ ਪਤਾ ਨਹੀਂ ਸੁਣੇ ਕਿ ਨਹੀਂ ਸੁਣੇ, ਕਾਕਾ ਭੈਣੀਆਂ ਵਾਲਾ ਇੱਕ, ਤੁਸੀਂ ਨਹੀਂ ਸੁਣੇ ਰਾਓ ਜੀ। ਕਾਕਾ ਭੈਣੀਆਂ ਵਾਲਾ ਇੱਕ ਐਸਾ ਕਲਾਕਾਰ ਸੀ ਜੋ ਮੈਨੂੰ ਲੱਗਦਾ ਕਿ ਦੁਨੀਆ 'ਚ ਪੰਜਾਬੀ ਇੰਡਸਟਰੀ ਦਾ ਉਸ ਤੋਂ ਵੱਡਾ ਕਲਾਕਾਰ ਪੈਦਾ ਹੀ ਨਹੀਂ ਹੋਇਆ ਹੋਣਾ। ਐਸੀ ਕਮਾਲ ਦੀ ਆਵਾਜ਼ ਸੀ ਕਾਕਾ ਭੈਣੀਆਂ ਵਾਲਾ। ਔਰ ਇਹ ਜਿਹੜੀਆਂ ਰੂਹਾਂ ਦੇ ਰੁਖਸਤ ਹੋਣ ਦੇ ਨਾਲ
ਇਹ ਨੁਕਸਾਨ ਇੰਡਸਟਰੀ ਦਾ ਤਾਂ ਮੇਜਰ ਰਾਜਸਥਾਨ ਮਤਲਬ ਦੋ ਤਰ੍ਹਾਂ ਦਾ 뮤직 ਸੀ। ਇੱਕ ਉਹ ਦੌਰ ਸੀ 90 ਦਾ ਜਦੋਂ ਅਸੀਂ ਧਰਮਪ੍ਰੀਤ ਮੇਜਰ ਰਾਜਸਥਾਨੀ ਦਵਿੰਦਰ ਕੋਹੇਨੂਰੇ ਅਸੀਂ ਇਹ ਜਿਹੜਾ ਖਾਸ ਤੌਰ ਤੇ ਮਾਲਵੇ ਵਾਲੇ ਕਲਾਕਾਰਾਂ ਦੀ ਉਹ ਗਾਇਕੀ ਸੁਣਦੇ ਹੁੰਦੇ ਸੀਗੇ। ਔਰ ਇੱਕ ਦੌਰ ਸੀ ਫਿਰ ਉਸ ਦੌਰ ਦੇ ਵਿੱਚ ਜਦੋਂ ਯੂਕੇ ਵਾਲੇ ਗਾਇਕਾਂ ਨੇ ਆ ਕੇ ਸਾਨੂੰ ਨਵਾਂ 뮤직 ਤੇ ਰੀਮਿਕਸਸ ਦਾ ਦੌਰ ਆਇਆ, ਉਸ ਤਰ੍ਹਾਂ ਦਾ 뮤직 ਦਿੱਤਾ ਜਿਹਦੇ ਜੈਜ਼ੀ ਬੈਸ ਦਾ ਫਿਰ ਜੈਜ਼ੀ ਬੀ ਦਾ ਫਿਰ ਦੌਰ ਆ। ਤੁਸੀਂ ਦੇਖੋ ਕਿ ਜਿੱਥੇ 1990-91 ਤੋਂ ਬਲਵਿੰਦਰ ਸਫਰੀ ਹੋਣਾ ਨੇ, ਫਿਰ ਸਫਰੀ ਬॉयਜ਼ ਇਹਨਾਂ ਨੇ ਗਰੁੱਪ ਬਣਾਇਆ, ਉਹ ਆਏ, ਸ਼ੋਜ਼ ਲੱਗਦੇ ਰਹੇ, ਸੁਖਸ਼ਿੰਦਰ ਸ਼ਿੰਦਾ ਰਹੇ, ਤਾਂ ਉਹ ਇੱਕ ਦੌਰ ਆਇਆ। ਫਿਰ ਕੋਲੈਬੋਰੇਸ਼ਨਸ ਹੋਈਆਂ, ਜਦੋਂ ਸੁਖਸ਼ਿੰਦਰ ਸ਼ਿੰਦਾ ਅਬਰਾਰੁਲ ਹਕ ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀਗਾ, ਉਹ ਕੋਲੈਬੋਰੇਸ਼ਨਾਂ ਹੋਈਆਂ, ਪਾਕਿਸਤਾਨ ਤੋਂ ਇੱਕ ਕਲਾਕਾਰ, ਇੱਕ ਯੂਕੇ ਤੋਂ ਪੰਜਾਬੀ ਬੰਦਾ ਤੇ ਇੱਕ ਫਿਰ। ਤਾਂ ਇਸ ਕਰਕੇ ਇਹ ਬਹੁਤ ਵੱਡਾ ਕੰਟਰੀਬਿਊਸ਼ਨ ਬਲਵਿੰਦਰ ਸਫਰੀ ਸਾਹਿਬ ਦਾ ਪੰਜਾਬੀ ਇੰਡਸਟਰੀ ਨੂੰ ਰਿਹਾ, ਔਰ ਉਹਨਾਂ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ, ਪੰਜਾਬੀਅਤ ਨੂੰ ਘਾਟਾ ਪਿਆ ਔਨ ਏਅਰ। ਔਰ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਉਹਨਾਂ ਨੂੰ, ਪਰਿਵਾਰ ਨੂੰ ਪਿੱਛੇ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ, ਔਰ ਉਹਨਾਂ ਨੂੰ ਉਹਨਾਂ ਦੇ ਗੀਤਾਂ ਰਾਹੀਂ ਵੀ ਯਾਦ ਕੀਤਾ ਜਾਵੇ, ਗੱਲਾਂ ਰਾਹੀਂ ਵੀ ਯਾਦ ਕੀਤਾ ਜਾਵੇ। ਔਰ ਮੈਨੂੰ ਲੱਗਦਾ ਹੈ ਕਿ ਬਾਕੀ ਜਿਹੜੇ ਕਲਾਕਾਰ ਹੈ ਘੱਟੋ ਘੱਟ ਹੋਰ ਨਹੀਂ ਤਾਂ ਪੋਸਟ ਪਾ ਕੇ ਜਾਂ ਤੁਸੀਂ ਇਸ ਤਰੀਕੇ ਨਾਲ ਸ਼ਰਧਾਂਜਲੀ ਦਿਓ। ਸਮੇਂ ਸਦਾ ਇੱਕੋ ਜਿਹੇ ਨਹੀਂ ਰਹਿਣੇ ਮਿੱਤਰੋ। ਅੱਜ ਤੁਹਾਡੀ ਤੂਤੀ ਹੈ, ਕੱਲ ਨੂੰ ਕਿਸੇ ਹੋਰ ਦੀ ਹੋਣੀ ਹੀ ਹੋਣੀ ਹੈ। ਇਹ ਚੇਂਜ ਇਜ਼ ਓਨਲੀ ਕਨਸਟੈਂਟ, ਇਹ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ। ਬਦਲਾਅ ਹੀ ਜਿਹੜਾ ਉਹ ਆਖਰੀ ਸਥਿਰਤਾ ਇਹੀ ਹੈ ਕਿ ਬਦਲਾਅ ਹੋਣਾ ਹੀ ਹੋਣਾ ਹੈ। ਅੱਜ ਜਿਹਦਾ ਝੰਡਾ ਬੁਲੰਦ ਹੈ ਉਹਦਾ ਥੱਲੇ ਹੋਣਾ ਹੀ ਹੋਣਾ, ਕੱਲ ਨੂੰ ਨਵੇਂ ਨੇ ਆਉਣਾ ਹੀ ਆਉਣਾ। ਤਾਂ ਉਸ ਸਮਿਆਂ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ, ਤੇ ਤੁਹਾਨੂੰ ਪਿਛਲਿਆਂ ਨੂੰ ਯਾਦ ਰੱਖਣਾ ਪਊ।